ਗ੍ਰੀਨ ਬੈਲਟ ਤੋਂ ਜ਼ਮੀਨ ਲੈਣ ਲਈ ਚੁਣੌਤੀਆਂ ਸਾਈਟਸ ਦਾ ਕੀਤਾ ਜਾਵੇਗਾ ਮੁਕੱਲਣ ਫੋਰਡ। ਪ੍ਰੀਮੀਅਰ ਡਰੈਗ ਫੋਰਡ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੋ ਪ੍ਰੋਵੀਐਂਸ਼ੀਲ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਸ ਤੋਂ ਬਾਅਦ ਗ੍ਰੀਨ ਬੈਲਟ ਤੋਂ ਜ਼ਮੀਨ ਲੈਣ ਦੇ ਲਈ ਚੁਣੀਆਂ ਸਾਈਟਸ ਦਾ ਮੁਕੱਲਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੇ ਗਰਮਾ ਜਾਣ ਦੇ ਮਗਰੋਂ ਹਾਊਸਿੰਗ ਮੰਤਰੀ ਸਟੀਵ ਨੇ ਅਸਤੀਫਾ ਦੇ ਦਿੱਤਾ। ਫੋਰਡ ਨੂੰ ਆਪਣੀ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਾ ਪਿਆ। ਫੋਰਡ ਨੇ ਕਿਹਾ ਕਿ ਹਾਊਸਿੰਗ ਡਿਵੈਲਪਮੈਂਟ ਲਈ ਗ੍ਰੀਨ ਬੈਲਟ ਤੋਂ ਜ਼ਮੀਨ ਲੈਣ ਲਈ ਚੁਣੌਤੀਆਂ ਦਿੱਤੀਆਂ ਗਈਆਂ 15 ਸਾਈਟ ਦਾ ਮੁਕੱਲਣ ਨਿਰਪੱਖ ਫਰਟੀਲਿਟੀ ਕੋਲੋਂ ਕਰਵਾਇਆ ਜਾਵੇਗਾ। ਉਹਨਾਂ ਨੇ ਆਖਿਆ ਕਿ ਨਵੇਂ ਹਾਊਸਿੰਗ ਮੰਤਰੀ ਪੌਲ ਸਾਰੀਆਂ ਗ੍ਰੀਨ ਬੈਲਟ ਅਰਜ਼ੀਆਂ ਦਾ ਮੁਕੱਲਣ ਕਰਨਗੇ। ਅਜਿਹੇ ਕਥਿਤ ਸਕੈਂਡਲ ਦੇ ਸਾਹਮਣੇ ਆਉਣ ਤੋਂ ਬਾਅਦ ਕਲਰਕ ਦੇ ਅਸਤੀਫੇ ਦੇਣ ਮਗਰੋਂ ਫੋਰਡ ਨੇ ਮੰਗਲਵਾਰ ਸਵੇਰੇ ਇਹ ਐਲਾਨ ਕੀਤਾ। ਫੋਰਡ ਨੇ ਇਹ ਵੀ ਆਖਿਆ ਕਿ ਇਸ ਮੁਕੱਲਣ ਦੁਆਰਾ ਮਿਊਨਿਸਪਲਸ ਅਤੇ ਇੰਜੀਨੀਅਰ ਆਗੂਆਂ ਦੇ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਗੱਲ ਕਰਾਂਗੇ ਅਗਲੀ ਖਬਰ ਬਾਰੇ। TDSB ਨੇ ਬਹੁਤੇ ਸਕੂਲਾਂ ਵਿੱਚ ਗਰਮੀਆਂ ਤੋਂ ਬਚਣਾ ਨਹੀਂ ਹਨ ਪੁਖਤਾ ਪ੍ਰਬੰਧ। ਸਤੰਬਰ ਵਿੱਚ ਹਾਈਟ ਵੇਵ ਤੋਂ ਭਾਵ ਕਿ ਬੱਚਿਆਂ ਦੇ ਸਕੂਲ ਪਰਤਣ ਸਮੇਂ ਗੈਰ ਆਰਾਮਦਾਇਕ ਕਲਾਸਰੂਮ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਟੋਰਾਂਟੋ ਪਬਲਿਕ ਸਕੂਲਾਂ ਨੇ 1/3 ਸਕੂਲ ਕੋਲ ਪੂਰੀ ਤਰ੍ਹਾਂ ਕੰਮ ਕਰਨ ਵਾਲੇ ਏਰੀਆ ਵੀ ਨਹੀਂ ਹਨ। ਪੜ੍ਹਨ ਸਿੱਖਣ ਦੇ ਲਈ ਇਹ ਕੋਈ ਵੀ ਬਹੁਤੀ ਆਰਾਮਦਾਇਕ ਥਾਂ ਨਹੀਂ ਹੋ ਸਕਦੀ, ਪਰ ਭਾਵੇਂ ਗਰਮੀ ਹੋਵੇ ਤਾਂ ਨਾ ਫਿਰ ਸਕੂਲ ਦੇ ਸੈਸ਼ਨ ਸ਼ੁਰੂ ਹੋਣੇ ਜਾ ਰਹੇ ਹਨ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟਾਫ ਨੇ ਵਿਦਿਆਰਥੀਆਂ ਕੋਲ ਇਸ ਤਪਦੀ ਗਰਮੀ ਦੇ ਵਿੱਚ ਸਕੂਲ ਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ 583 ਸਕੂਲਾਂ ਵਿੱਚੋਂ ਸਿਰਫ 30% ਪੂਰੀ ਤਰ੍ਹਾਂ 에ਅਰ ਕੰਡੀਸ਼ਨਰ ਹਨ, ਜਦਕਿ ਸੈਂਕੜੇ ਹੋਰਨਾਂ ਦੇ ਕਲਾਸਰੂਮ 에ਅਰ ਕੰਡੀਸ਼ਨਰ ਨਹੀਂ ਹਨ। TDSB ਅਤੇ ਗ੍ਰੇਟ ਟੋਰਾਂਟੋ ਏਰੀਆ ਦੇ ਹੋਰਨਾਂ ਸਕੂਲ ਬੋਰਡ ਦੇ ਕੋਲ ਵੈਦਰ ਪਲਾਨਸ ਵੀ ਨਹੀਂ ਹਨ। ਇਹ ਸਭ ਪੱਖੇ ਚਲਾ ਕੇ, ਖਿੜਕੀਆਂ ਖੋਲ ਕੇ, ਲਾਈਟਾਂ ਬੰਦ ਕਰਕੇ ਅਤੇ ਕੰਪਿਊਟਰ ਬੰਦ ਕਰਕੇ ਗਰਮੀ ਤੋਂ ਬਚਣ ਦਾ ਹੀਲਾ ਵਸੀਲਦੇ ਹਨ। ਬਾਹਰ ਵੀ ਛਾਂ ਵਾਲੀਆਂ ਥਾਵਾਂ ਉੱਤੇ ਵਿਦਿਆਰਥੀਆਂ ਨੂੰ ਖੇਡਣ ਜਾਂ ਫਿਰ ਕੰਮ ਕਰਨ ਲਈ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਾਣੀ ਤੇ ਤਰਲ ਪਦਾਰਥ ਲੈਂਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਓਨਟਾਰੀਓ ਦੇ ਕੈਬਨਿਟ 'ਚ ਫੇਰਬਦਲ, ਪੰਜਾਬੀ ਮੂਲ ਦੇ ਮੰਤਰੀਆਂ ਨੂੰ ਮਿਲੀ ਇਹ ਜ਼ਿੰਮੇਵਾਰੀ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਆਬਾਦੀ ਪੱਖੋਂ ਸਭ ਤੋਂ ਵੱਡੇ ਅਤੇ ਪੰਜਾਬੀ ਦੇ ਪਸੰਦੀਦਾ ਸੂਬੇ ਓਨਟਾਰੀਓ ਵਿਖੇ ਮੁੱਖ ਮੰਤਰੀ ਡਰੈਗ ਫੋਰਡ ਨੇ ਬੀਤੇ ਦਿਨੀ ਆਪਣੀ ਕੈਬਨਿਟ ਵਿੱਚ ਫੇਰਬਦਲ ਕੀਤਾ। ਦਰਅਸਲ ਸੂਬੇ ਵਿੱਚ ਜ਼ਮੀਨ ਖਿਸਕਣ ਦੇ ਪ੍ਰਾਪਰਟੀ ਲੀਡਰਾਂ ਦਾ ਲਿਹਾਜ਼ ਕਰਨ ਦੇ ਵਿਵਾਦਾਂ ਵਿੱਚ ਘਿਰੇ ਹਾਊਸਿੰਗ ਮੰਤਰੀ ਸਟੀਵ ਨੇ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਪਾਲ ਨੂੰ ਇਹ ਮੰਤਰਾਲਾ ਸੌਂਪਿਆ ਗਿਆ। ਇਸੇ ਤਰ੍ਹਾਂ ਰੌਬ ਨੂੰ ਹਾਊਸਿੰਗ ਮੰਤਰੀ ਦੇ ਸਹਾਇਕ ਮੰਤਰੀ ਦਾ ਅਹੁਦਾ ਦਿੱਤਾ ਗਿਆ। ਸੂਬਾਈ ਖਜ਼ਾਨਾ ਬੋਰਡ ਦੇ ਮੁੱਖ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਓਨਟਾਰੀਓ ਦਾ ਨਵਾਂ ਟਰਾਂਸਪੋਰਟ ਮੰਤਰੀ ਨੂੰ ਸਹਾਇਕ ਆਵਾਜਾਈ ਮੰਤਰੀ ਅਤੇ ਨੀਨਾ ਨੂੰ ਛੋਟੇ ਕਾਰੋਬਾਰਾਂ ਦੀ ਸਹਾਇਕ ਮੰਤਰੀ ਬਣਾਇਆ ਗਿਆ। ਕੈਲੋਰੀਨਾ ਨੂੰ ਆਵਾਜਾਈ ਮੰਤਰੀ ਤੋਂ ਬਦਲ ਕੇ ਪ੍ਰਭਮੀਤ ਸਿੰਘ ਸਰਕਾਰੀਆ ਦੀ ਜਗ੍ਹਾ ਖਜ਼ਾਨਾ ਬੋਰਡ ਦਾ ਮੁਖੀ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਉਹ ਫ੍ਰੈਂਚ ਮਾਮਲਿਆਂ ਦੇ ਮੰਤਰੀ ਵੀ ਬਣੇ ਰਹਿਣਗੇ। ਓਨਟਾਰੀਓ ਦੀ ਸਰਕਾਰ ਵਿੱਚ ਇਸ ਸਮੇਂ 31 ਮੰਤਰੀ ਹਨ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਰੂਸੀ ਫੌਜਾਂ ਦੇ ਖਿਲਾਫ ਯੂਕਰੇਨ ਦਾ ਸਮਰਥਨ ਕਰਨ ਲਈ ਕੀਵ ਪਹੁੰਚਣਗੇ ਬਲਿੰਕਨ। ਅਮਰੀਕੀ ਵਿਦੇਸ਼ੀ ਮੰਤਰੀ ਐਂਟਨੀ ਬਲਿੰਕਨ ਰੂਸੀ ਫੌਜਾਂ ਦੇ ਖਿਲਾਫ ਯੂਕਰੇਨ ਦਾ ਸਮਰਥਨ ਕਰਨ ਲਈ ਬੁੱਧਵਾਰ ਨੂੰ ਕੀਵ ਪਹੁੰਚੇ। ਇਸ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਯੂਕਰੇਨ ਦੀ ਰਾਜਧਾਨੀ ਤੇ ਮਿਜ਼ਾਈਲ ਹਮਲਾ ਕੀਤਾ ਸੀ। ਪਿਛਲੇ ਇੱਕ ਹਫ਼ਤੇ ਵਿੱਚ ਇਹ ਪਹਿਲੀ ਮਿਜ਼ਾਈਲ ਹਮਲਾ ਹੈ। ਅਮਰੀਕੀ ਅਧਿਕਾਰੀਆਂ ਦੇ ਮੁਤਾਬਿਕ ਬਲਿੰਕ ਦੇ ਦੌਰੇ ਦਾ ਮਕਸਦ ਰੂਸੀ ਬਲਾਂ ਨੂੰ ਖਰੀਦਣ ਦੇ ਲਈ ਯੂਕਰੇਨੀ ਬਲਾਂ ਦੇ ਪਿੱਛੇ 3 ਮਹੀਨੇ ਦੇ ਹਮਲਿਆਂ ਦੀ ਸਮੀਖਿਆ ਕਰਨਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਮੰਤਰੀ ਦੇ ਦੌਰੇ ਦੇ ਜ਼ਰੀਏ ਅਮਰੀਕਾ ਪਿਛਲੇ 19 ਮਹੀਨਿਆਂ ਤੋਂ ਚੱਲ ਰਹੇ ਯੂਕਰੇਨ ਅਤੇ ਰੂਸ ਦੀ ਜੰਗ ਵਿੱਚ ਯੂਕਰੇਨ ਦਾ ਸਮਰਥਨ ਕਰਦਾ ਦਿਖਾਈ ਦੇ ਰਿਹਾ ਸੀ। ਅਧਿਕਾਰੀਆਂ ਦੇ ਮੁਤਾਬਿਕ ਕਾਲਾ ਸਾਗਰ ਰਾਹੀਂ ਯੂਕਰੇਨੀ ਅਨਾਜ ਦੀ ਢੋਆ-ਢੁਆਈ ਸੰਬੰਧੀ ਸਮਝੌਤੇ ਦੇ ਸਨਮਾਨ ਹੋਣ ਤੋਂ ਬਾਅਦ ਅਨਾਜ ਲਈ ਸੰਭਾਵਿਤ ਬਦਲਵੇਂ ਰਾਸਤਿਆਂ ਤੇ ਵੀ ਚਰਚਾ ਕੀਤੀ ਜਾਵੇਗੀ। ਸਮਝੌਤਾ ਖਤਮ ਹੋਣ ਤੋਂ ਬਾਅਦ ਰੂਸ ਦੇ ਓਡੇਸਾ ਸੂਬੇ ਵਿੱਚ ਬੰਦਰਗਾਹ ਤੇ ਹਮਲੇ ਸ਼ੁਰੂ ਕੀਤੇ ਸਨ, ਕਿਉਂਕਿ ਇਸੇ ਰਾਸਤੇ ਤੋਂ ਜ਼ਿਆਦਾਤਰ ਅਨਾਜ ਭੇਜਿਆ ਜਾਂਦਾ ਹੈ। ਬਲਿੰਕਨ ਦੀ ਫੇਰੀ ਦੌਰੇ ਦੇ ਉੱਤੇ 17.5 ਕਰੋੜ ਅਮਰੀਕੀ ਡਾਲਰ ਤੋਂ 20 ਕਰੋੜ ਅਮਰੀਕੀ ਡਾਲਰ ਵਿਚਕਾਰ ਨਵੀਂ ਫੌਜੀ ਸਹਾਇਤਾ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸੇ ਹਫ਼ਤੇ ਦੇ ਅੰਤ ਵਿੱਚ ਵੀ ਅਮਰੀਕਾ ਵੱਲੋਂ ਇੱਕ ਹੋਰ ਵੱਡਾ ਫੌਜੀ ਸਹਾਇਤਾ ਪੈਕੇਜ ਮਿਲਣ ਦੀ ਉਮੀਦ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ 81 ਸਾਲਾਂ ਪਾਇਲਟ ਨੂੰ ਸਰਵ ਉੱਚ ਫੌਜੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬੀਤੇ ਦਿਨ ਹੀ ਆਰਮੀ ਹੈਲੀਕਾਪਟਰ ਦੇ ਇੱਕ ਪਾਇਲਟ ਨੂੰ ਸਰਵ ਉੱਚ ਫੌਜੀ ਪੁਰਸਕਾਰ ਹੈਲਮਟ ਆਫ ਆਨਰ ਦੇ ਨਾਲ ਸਨਮਾਨਿਤ ਕੀਤਾ। ਪਾਇਲਟ ਨੂੰ ਇਹ ਪੁਰਸਕਾਰ 55 ਸਾਲ ਪਹਿਲਾਂ ਆਪਣੇ 4 ਅਮਰੀਕੀ ਸਾਥੀ ਸੈਨਿਕਾਂ ਦੀ ਜਾਨ ਬਚਾਉਣ ਲਈ ਵਾਈਟ ਹਾਊਸ ਦੇ ਵਿੱਚ ਦਿੱਤਾ ਗਿਆ। ਰਾਸ਼ਟਰਪਤੀ ਜੋ ਬਾਈਡਨ ਨੇ ਟੈਨ ਦੇ ਕੈਪਟਨ ਲੈਰੀ ਟ੍ਰੇਲਰ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ 1968 ਦੇ ਵਿੱਚ ਅਵਿਸ਼ਵਾਸਯੋਗ ਬਹਾਦਰੀ ਦੇ ਨਾਲ ਸੈਨਿਕਾਂ ਦੀ ਜਾਨ ਬਚਾ ਕੇ 4 ਪਰਿਵਾਰਾਂ ਨੂੰ ਕਿਸਮਤ ਨੂੰ ਬਦਲ ਦਿੱਤਾ। ਬਾਈਡਨ ਨੇ ਵਾਸ਼ਿੰਗਟਨ ਵਿੱਚ ਆਪਣੇ ਸੰਬੋਧਨ ਦੇ ਵਿੱਚ ਕਿਹਾ, ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ 4 ਪਰਿਵਾਰਾਂ ਦੀ ਕਿਸਮਤ ਨੂੰ ਦੁਬਾਰਾ ਲਿਖਿਆ। ਇਹ ਬਹਾਦਰੀ ਹੈ, ਇਹੀ ਸ਼ਕਤੀ ਹੈ, ਇਹੀ ਸਾਡੀ ਕੌਮ ਹੈ। ਰਾਸ਼ਟਰਪਤੀ ਬਾਈਡਨ ਨੇ ਪਾਇਲਟ ਲੈਰੀ ਨੂੰ ਗਲੇ ਨਾਲ ਲਗਾ ਕੇ ਮੈਡਲ ਆਫ ਆਨਰ ਪਹਿਨਾਇਆ, ਉਹਨਾਂ ਨੂੰ ਸਲਾਮੀ ਦਿੱਤੀ ਅਤੇ ਉਹਨਾਂ ਦੇ ਹੱਥ ਦੇ ਨਾਲ ਹੱਥ ਮਿਲਾਇਆ। 18 ਜੂਨ 1968 ਨੂੰ ਟੈਲਰ ਨੇ ਆਪਣੇ ਸਹਾਇਕ ਪਾਇਲਟ ਦੇ ਪਿੰਡ ਵਿੱਚ ਦੁਸ਼ਮਣ ਫੌਜਾਂ ਦੇ ਦੁਆਰਾ ਘੇਰੇ 4 ਅਮਰੀਕੀ ਸੈਨਿਕਾਂ ਨੂੰ ਬਚਾਉਣ ਦੇ ਲਈ ਜ਼ਮੀਨੀ ਗੋਲੀਬਾਰੀ ਕੀਤੀ ਸੀ, ਉਹਨਾਂ ਦੀ ਜਾਨ ਬਚਾਈ ਸੀ। ਗੱਲ ਕਰਾਂਗੇ ਅਗਲੀ ਖਬਰ ਬਾਰੇ। 6 ਜਨਵਰੀ USA ਕੈਪੀਟਲ ਦੰਗੇ ਦੇ ਵਿੱਚ ਸਾਬਕਾ ਪ੍ਰਾਊਡ ਬॉयਜ਼ ਨੇਤਾ ਨੂੰ ਸੁਣਾਈ ਗਈ 22 ਸਾਲਾਂ ਦੀ ਜੇਲ੍ਹ। ਸੱਜੇ ਪੱਖੀ ਗਰੁੱਪ ਪ੍ਰਾਊਡ ਬॉयਜ਼ ਦੇ ਸਾਬਕਾ ਰਾਸ਼ਟਰੀ ਮੁਖੀ ਨੂੰ 2020 ਦੇ ਰਾਸ਼ਟਰਪਤੀ ਚੋਣਾਂ ਦੇ ਡੋਨਲਡ ਟਰੰਪ ਦੇ ਹਾਰਨ ਤੋਂ ਬਾਅਦ ਅਮਰੀਕੀ ਕੈਪੀਟਲ ਸਦਨ ਕੰਪਲੈਕਸ ਦੇ ਹਮਲੇ ਦੀ ਸਾਜ਼ਿਸ਼ ਦੇ ਮਾਮਲੇ 'ਚ ਮੰਗਲਵਾਰ ਨੂੰ 22 ਸਾਲਾਂ ਜੇਲ੍ਹ ਦੀ ਸਜ਼ਾ ਸੁਣਾਈ ਗਈ। 6 ਜਨਵਰੀ ਨੂੰ ਅਮਰੀਕੀ ਕੈਪੀਟਲ ਤੇ ਹਮਲਾ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਦਿੱਤੀ ਗਈ ਇਹ ਸਭ ਤੋਂ ਲੰਬੀ ਸਾਜ਼ਿਸ਼ ਹੈ। ਜ਼ਿਲ੍ਹਾ ਜੱਜ ਕੈਲੀ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿਊਰੀ ਨੇ ਕਿਸੇ ਨੂੰ ਵੀ ਰਾਜਨੀਤੀ 'ਚ ਸ਼ਾਮਿਲ ਹੋਣ ਲਈ ਦੋਸ਼ੀ ਨਹੀਂ ਠਹਿਰਾਇਆ। ਉਹਨਾਂ ਨੇ ਟਰਾਇਓ ਅਤੇ ਹੋਰ ਦੇਸ਼ ਦਰੋਹੀ ਸਾਜ਼ਿਸ਼ 'ਚ ਸ਼ਾਮਿਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ। ਸਜ਼ਾ ਸੁਣਾਏ ਜਾਣ ਦੇ ਉਪਰੰਤ ਟਰਾਇਓ ਨੇ ਕੈਪੀਟਲ ਦੰਗੇ ਦੇ ਨਾਲ ਪੈਦਾ ਦਰਦ ਲਈ ਮਾਫੀ ਮੰਗੀ ਅਤੇ ਰਾਜਨੀਤੀ ਸਮੂਹਾਂ ਜਾਂ ਫਿਰ ਰੈਲੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਣ ਦੀ ਸਹੁੰ ਖਾਧੀ। ਉਹਨਾਂ ਨੇ ਕਿਹਾ, ਇਸ ਮੁਕੱਦਮੇ ਨੇ ਮੈਨੂੰ ਦਿਖਾਇਆ ਹੈ ਕਿ ਮੈਂ ਕਿੰਨਾ ਗਲਤ ਸੀ। ਟਰਾਇਓ ਨੇ ਵਕੀਲ ਦੇ ਵੱਲੋਂ ਸੰਬੋਧਿਤ ਕਰਦਿਆਂ ਆਖਿਆ, ਮੰਗਲਵਾਰ ਨੂੰ ਮੇਰਾ ਵਕੀਲ ਇੱਕ ਗੁੰਮਰਾਹ ਦੇਸ਼ ਭਗਤ ਹੈ, ਮੇਰਾ ਮੁਕੱਲਨ ਅਜੇ ਵੀ ਹੈ। ਮੈਂ ਸੋਚਿਆ ਹੈ ਕਿ ਉਹ ਇਸ ਦੇਸ਼ ਨੂੰ ਬਚਾ ਰਿਹਾ ਹੈ, ਇੱਕ ਗਣਤੰਤਰ ਨੂੰ ਬਚਾ ਰਿਹਾ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਉਸ ਨੂੰ ਹਥਿਆਰ ਸਪਲਾਈ ਕਰਨ ਨੂੰ ਲੈ ਕੇ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਦਿੱਤੀ ਧਮਕੀ। ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮੰਗਲਵਾਰ ਨੂੰ ਉੱਤਰੀ ਕੋਰੀਆ ਨੂੰ ਯੂਕਰੇਨ ਖਿਲਾਫ ਆਪਣੀ ਲੜਾਈ ਦੇ ਦੌਰਾਨ ਰੂਸ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਖਿਲਾਫ ਚੇਤਾਵਨੀ ਦਿੰਦੇ ਹੋਏ ਕਿਹਾ, ਜੇਕਰ ਸੰਭਾਵਿਤ ਸੌਦੇ ਤੇ ਚੱਲਦੇ ਹਾਂ ਤਾਂ ਉਸ ਨੂੰ ਕੀਮਤ ਚੁਕਾਉਣੀ ਹੋਵੇਗੀ। ਸਾਲੀਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਅਤੇ ਰੂਸ ਵਿਚਕਾਰ ਦੀ ਫੌਜੀ ਸਹਾਇਤਾ ਦੇ ਸੰਬੰਧਾਂ ਵਿੱਚ ਵਿਚਾਰ ਵਟਾਂਦਰੇ ਸਰਗਰਮੀ ਦੇ ਨਾਲ ਅੱਗੇ ਹਨ ਅਤੇ ਵੱਧ ਵੀ ਰਹੇ ਹਨ। ਸੰਭਾਵੀ ਚੋਟੀ ਦੇ ਨੇਤਾ ਪੱਧਰ ਦੀ ਗੱਲਬਾਤ ਵੱਧ ਰਹੀ ਹੈ। ਸੁਲਵਾਨੀ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਾਸ਼ਟਰ ਰੂਸ ਨੂੰ ਹਥਿਆਰ ਭੇਜਣ ਦਾ ਫੈਸਲਾ ਕਰਦਾ ਹੈ ਤਾਂ ਉੱਤਰੀ ਕੋਰੀਆ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਨਤੀਜੇ ਭੁਗਤਣੇ ਪੈਣਗੇ। ਉਹਨਾਂ ਨੇ ਕਿਹਾ ਕਿ ਗ੍ਰੇਨ ਸੋਲਜਰ ਅਤੇ ਵੱਡੇ ਸ਼ਹਿਰਾਂ ਦੇ ਹੋਰਡਿੰਗ ਬੁਨਿਆਦੀ ਢਾਂਚੇ ਦੇ ਹਮਲਾ ਕਰਨ ਲਈ ਜੰਗ ਦੇ ਮੈਦਾਨ ਤੇ ਹਥਿਆਰਾਂ ਦੀ ਵਰਤੋਂ ਕਰਨ ਲਈ ਰੂਸ ਨੂੰ ਹਥਿਆਰ ਪ੍ਰਦਾਨ ਕਰਨਾ ਠੀਕ ਨਹੀਂ ਹੋਵੇਗਾ। ਉਹਨਾਂ ਨੇ ਸਹਾਇਤਾ ਉੱਤਰੀ ਕੋਰੀਆ ਤੇ ਚੰਗਾ ਪ੍ਰਭਾਵ ਨਹੀਂ ਪਾਵੇਗੀ, ਉਸ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਇਸ ਦੀ ਕੀਮਤ ਅਦਾ ਕਰਨੀ ਹੋਵੇਗੀ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 7 ਸਤੰਬਰ ਨੂੰ ਆਉਣਗੇ ਭਾਰਤ, ਵਾਈਟ ਹਾਊਸ ਨੇ ਕੀਤੀ ਪੁਸ਼ਟੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕੋਰੋਨਾ ਸੰਕਰਮਣ ਨਾ ਹੋਣ ਦੀ ਪੁਸ਼ਟੀ ਹੋ ਗਈ ਹੈ। ਉਹ G20 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਭਾਰਤ ਆਉਣਗੇ। ਇਸੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦਵੱਲੀ ਬੈਠਕ ਕਰਨਗੇ। ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਇਸੇ ਐਲਾਨ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਕੋਰੋਨਾ ਸੰਕਰਮਣ ਪਾਈ ਗਈ ਸੀ, ਜਿਸ ਤੋਂ ਬਾਅਦ ਬਾਈਡਨ ਨੇ ਵੀ ਜਾਂਚ ਕੀਤੀ ਗਈ। ਜਾਂਚ ਰਿਪੋਰਟ 'ਚ ਉਹਨਾਂ ਦੇ ਸੰਕਰਮਣ ਨਾ ਹੋਣ ਦੀ ਪੁਸ਼ਟੀ ਕੀਤੀ ਗਈ। ਅਮਰੀਕਾ ਦੇ ਸੁਰੱਖਿਆ ਰਾਸ਼ਟਰੀ ਸਲਾਹਕਾਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਵਾਈਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਉਪਰੰਤ G20 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਭਾਰਤ ਪਰਤਣਗੇ। ਉਹਨਾਂ ਨੇ ਦੱਸਿਆ ਕਿ ਬਾਈਡਨ PM ਨਰਿੰਦਰ ਮੋਦੀ ਦੇ ਨਾਲ ਦਵੱਲੀ ਮੀਟਿੰਗ ਕਰਨਗੇ। ਉਹਨਾਂ ਨੇ ਆਖਿਆ, ਬਾਈਡਨ ਸ਼ਨੀਵਾਰ ਅਤੇ ਐਤਵਾਰ ਨੂੰ G20 ਸੰਮੇਲਨ ਦੇ ਆਧਾਰਿਤ ਸੈਸ਼ਨ 'ਚ ਹਿੱਸਾ ਲੈਣਗੇ।
ਗੱਲ ਕਰਾਂਗੇ ਅਗਲੀ ਖਬਰ ਬਾਰੇ। ਕੀ ਹੋ ਸਕਦਾ ਹੈ ਐਲਨ ਮਾਸਕ ਦਾ ਕਤਲ? ਡਰੇ ਹੋਏ ਨੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਦੇ ਪਿਤਾ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਸਪੇਸ ਐਕਸ ਦੇ ਮਾਲਕ ਐਲਨ ਮਾਸਕ ਦਾ ਕਤਲ ਹੋ ਸਕਦਾ ਹੈ। ਇਹ ਖਦਸ਼ਾ ਉਹਨਾਂ ਨੇ 77 ਸਾਲਾ ਸਵੈ ਮੁਕਤ ਇੰਜੀਨੀਅਰ ਐਲਰੋਨ ਮਾਸਕ ਨੇ ਪ੍ਰਗਟਾਇਆ ਹੈ। ਇੱਕ ਖਬਰ ਮੁਤਾਬਿਕ ਦੱਸਿਆ ਗਿਆ ਹੈ ਕਿ ਉਹਨਾਂ ਦੇ ਪਿਤਾ ਨੂੰ ਡਰ ਹੈ ਕਿ ਅਮਰੀਕੀ ਸਰਕਾਰ ਦੇ ਖਿਲਾਫ ਜਾਣ ਤੇ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਜਾ ਸਕਦਾ ਹੈ। ਉਹ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ। ਦਰਅਸਲ 52 ਸਾਲਾ ਐਲਨ ਮਾਸਕ ਇਸ ਸਮੇਂ ਕਈ ਕਾਨੂੰਨੀ ਮਾਮਲਿਆਂ ਵਿੱਚ ਉਲਝੇ ਹੋਏ ਹਨ। ਐਲਨ ਮਾਸਕ ਨੇ ਪਹਿਲਾਂ ਵੀ ਮਜ਼ਾਕੀਆ ਲਿਹਾਜ਼ੇ ਦੇ ਵਿੱਚ ਕਿਹਾ ਕਿ ਉਹ ਰਹੱਸਮਈ ਹਾਲਾਤਾਂ ਵਿੱਚ ਮਾਰੇ ਜਾ ਸਕਦੇ ਹਨ। ਪਿਤਾ ਦੇ ਵੱਲੋਂ ਵੀ ਇਸ ਤਰ੍ਹਾਂ ਦੇ ਬਿਆਨਾਂ ਦੀ ਪੁਸ਼ਟੀ ਕੀਤੀ ਗਈ। ਕਾਨੂੰਨੀ ਕੇਸਾਂ ਦੀ ਵੱਧਦੀ ਗਿਣਤੀ ਤੇ ਨਕਾਰਾਤਮਕ ਪ੍ਰੈਸ ਰਿਪੋਰਟਾਂ ਦੇ ਹਮਲੇ ਨੇ ਚਿੰਤਾ ਵਧਾ ਦਿੱਤੀ ਹੈ। ਦੱਸ ਦਈਏ ਕਿ ਅੱਗੇ ਉਹਨਾਂ ਦੇ ਪੁੱਛੇ ਜਾਣ ਦੇ ਉੱਤੇ ਦੱਸਿਆ ਗਿਆ ਕਿ ਉਹਨਾਂ ਨੂੰ ਡਰ ਹੈ ਕਿ ਸਰਕਾਰ ਐਲਾਨ ਦਾ ਨਾ ਕਰ ਦਵੇ ਕਿ ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਵਾਬ ਦੇ ਵਿੱਚ ਅੱਗੇ ਉਹਨਾਂ ਨੇ ਇੱਕ ਗੱਲ ਹੋਰ ਬੋਲੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੁਤਿਨ ਪ੍ਰਤੀ ਆਪਣੇ ਰਵੱਈਏ ਤੇ ਵੀ ਚਿੰਤਾ ਪ੍ਰਗਟਾਈ ਗਈ। ਰਿਪੋਰਟਾਂ ਦੇ ਅਨੁਸਾਰ ਸਰਕਾਰੀ ਵਕੀਲ ਦੇ ਦੁਆਰਾ ਟੈਕਸਾਸ ਦੇ ਵਿੱਚ ਮਾਸਕ ਦਾ ਪਹਿਲਾ ਬਣਾਉਣ ਵਾਲੀ ਕੰਪਨੀ ਦੇ ਫੰਡਾਂ ਦੀ ਕਸਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਅਜਿਹੀਆਂ ਹੀ ਖਬਰਾਂ ਹਨ ਜੋ ਐਲਨ ਮਾਸਕ ਦੀ ਸਪੇਨ ਕੰਪਨੀ ਨੇ ਯੂਕਰੇਨ ਨੂੰ ਇੱਕ ਇੰਟਰਨੈਟ ਸੇਵਾ ਦੀ ਸਪਲਾਈ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਧਮਕੀਆਂ ਦੇਣੀਆਂ ਸ਼ੁਰੂ ਹੋ ਗਈਆਂ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਖਾਲਿਸਤਾਨੀ ਮੁੱਦੇ ਤੇ ਬ੍ਰਿਟਿਸ਼ ਪੀਐਮ ਰਿਸ਼ੀ ਸੁਨਕ ਦਾ ਵੱਡਾ ਬਿਆਨ, ਕਿਹਾ ਕਿ ਅੱਤਵਾਦ ਦਾ ਕੋਈ ਰੂਪ ਮਨਜ਼ੂਰਯੋਗ ਨਹੀਂ। ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਤੱਤਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਇੱਕ ਅਹਿਮ ਬਿਆਨ ਦਿੱਤਾ। ਪੀਐਮ ਸੁਨਕ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਟੇਨ ਦੇ ਵਿੱਚ ਅੱਤਵਾਦ ਦਾ ਕੋਈ ਵੀ ਰੂਪ ਮਨਜ਼ੂਰਯੋਗ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨੀ ਵਿਦਰੋਹ ਪ੍ਰਦਰਸ਼ਨ ਕਰਨ ਦਾ ਅਧਿਕਾਰ ਹਿੰਸਾ ਅਤੇ ਧਮਕੀ ਭਰੇ ਵਿਵਹਾਰ ਤੱਕ ਨਹੀਂ ਪਹੁੰਚਣਾ ਚਾਹੀਦਾ। ਪੀਟੀਆਈ ਦੇ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਦੇ ਵਿੱਚ ਸੁਨਕ ਨੇ ਕਿਹਾ ਉਹ ਹਿੰਸਕ ਵੰਡੀਆਂ ਪਾਉਣ ਵਾਲਿਆਂ ਦੇ ਵਿਚਾਰਧਾਰਾ ਨੂੰ ਰੋਕਣ ਅਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਸਰਕਾਰ ਦੇ ਫਰਜ਼ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਹਨ। ਉਹਨਾਂ ਨੇ ਆਖਿਆ ਕਿ ਯੂਕੇ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਦੇ ਨਾਲ ਨਜਿੱਠਣ ਲਈ ਭਾਰਤ ਸਰਕਾਰ ਵਿੱਚ ਆਪਣੇ ਭਾਈਵਾਲ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਯੂਕੇ ਵਿੱਚ ਖਾਲਿਸਤਾਨੀ ਪੱਖੀ ਤੱਤਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਵਿੱਚ ਚਿੰਤਾਵਾਂ ਵਧ ਰਹੀਆਂ ਹਨ। ਖਾਸ ਕਰਕੇ ਮਾਰਚ ਵਿੱਚ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਤੇ ਹੋਏ ਹਮਲੇ ਤੋਂ ਬਾਅਦ ਸੁਨਕ ਦੀਆਂ ਟਿੱਪਣੀਆਂ ਉਹਨਾਂ ਨੇ G20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਤੋਂ ਆਉਣ ਤੋਂ ਕੁਝ ਦਿਨ ਪਹਿਲਾਂ ਆਈਆਂ ਹਨ। ਉਹਨਾਂ ਨੇ ਕਿਹਾ ਕਿ ਯੂਕੇ ਦੇ ਵਿੱਚ ਅੱਤਵਾਦ ਦਾ ਕੋਈ ਵੀ ਰੂਪ ਮਨਜ਼ੂਰਯੋਗ ਨਹੀਂ ਹੈ। ਉਹ ਸਰਕਾਰ ਦੇ ਫਰਜ਼ ਨੂੰ ਸਮਝਦਿਆਂ ਹਿੰਸਾ ਵੰਡਣ ਵਾਲਿਆਂ ਦੇ ਵਿਚਾਰਧਾਰਾ ਨੂੰ ਰੋਕਣ ਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਜ਼ਿੰਮੇਵਾਰੀਆਂ ਵਿੱਚ ਗੰਭੀਰਤਾ ਦੇ ਨਾਲ ਲੈਂਦੇ ਹਨ। ਗੱਲ ਕਰਾਂਗੇ ਅਗਲੀ ਖਬਰ ਬਾਰੇ।